ਹੈਲੋ ਫਰੈਂਡਸ, ਪਰਿਮੇਯ ਸੰਖਿਆਵਾਂ ਦੇ ਵਿਚਕਾਰ ਅਸੀਂ ਸੰਖਿਆਵਾਂ ਪਤਾ ਕਰ ਰਹੇ ਸੀ। 3 ਤਰੀਕੇ ਅਸੀਂ ਸਿੱਖ ਚੁੱਕੇ ਹਾਂ। ਪਹਿਲਾ ਤਰੀਕਾ ਹੈ ਮੱਧਮਾਨ ਵਿਧੀ, ਦੂਸਰਾ ਤਰੀਕਾ ਜੋੜਫਲ ਵਿਧੀ ਅਤੇ ਤੀਸਰਾ ਤਰੀਕਾ ਸੀ ਫਾਰਮੂਲਾ ਵਿਧੀ। ਇਹ ਤਿੰਨੇ ਅਸੀਂ ਪਿਛਲੇ ਵੀਡੀਓ ਵਿੱਚ ਕਰ ਚੁੱਕੇ ਹਾਂ। ਅੱਜ ਅਸੀਂ ਇੱਕ ਹੋਰ ਵਿਧੀ, ਆਖਰੀ ਵਿਧੀ ਸਿੱਖਾਂਗੇ, LCM ਦਾ ਤਰੀਕਾ, LCM ਵਿਧੀ। ਇਸ ਦੇ ਲਈ ਉਦਾਹਰਨ ਲੈਂਦੇ ਹਾਂ। ਮੰਨ ਲਓ ਅਸੀਂ ਸੰਖਿਆਵਾਂ 2/3 ਅਤੇ 5/6 ਦੇ ਵਿਚਕਾਰ 4 ਨਵੀਆਂ ਪਰਿਮੇਯ ਸੰਖਿਆਵਾਂ ਪਤਾ ਕਰਨੀਆਂ ਹਨ। ਤਾਂ LCM ਵਿਧੀ ਦੇ ਮੁਤਾਬਕ ਸਭ ਤੋਂ ਪਹਿਲਾਂ ਅਸੀਂ ਦੋਨੇ ਰਕਮਾਂ ਦੇ ਹਰ ਬਰਾਬਰ ਕਰਾਂਗੇ। ਹਰ ਦਾ LCM ਆਏਗਾ 6। ਇਟ ਮੀਨਸ ਇਸ ਰਕਮ ਨੂੰ ਅਸੀਂ 3 ਨੂੰ 6 ਬਣਾਉਣ ਲਈ 2/3 ਨੂੰ ਡਬਲ ਕਰ ਦਾਂਗੇ ਅੰਸ਼ ਅਤੇ ਹਰ ਦੋਵਾਂ ਨੂੰ। ਇਹ ਬਣ ਗਿਆ 4/6। ਹੁਣ ਰਕਮਾਂ ਹੋ ਗਈਆਂ 4/6 ਅਤੇ 5/6। ਹਰ ਬਰਾਬਰ ਹੋ ਗਏ। ਇਹ ਪਹਿਲਾ ਸਟੈਪ ਸੀ। ਦੂਸਰਾ ਸਟੈਪ ਹੈ, ਜੇ ਸਾਨੂੰ ਰਕਮ ਦੇ ਵਿੱਚ, ਪ੍ਰਸ਼ਨ ਦੇ ਵਿੱਚ 4 ਨਵੀਆਂ ਸੰਖਿਆਵਾਂ ਪਤਾ ਕਰਨ ਲਈ ਕਿਹਾ ਗਿਆ ਹੈ, ਤਾਂ ਅਸੀਂ ਦੋਨੇ ਰਕਮਾਂ ਦੇ, ਦਿੱਤੀ ਹੋਈ ਪਰਿਮੇਯ ਸੰਖਿਆਵਾਂ ਦੇ ਅੰਸ਼ ਅਤੇ ਹਰ ਦੋਨਾਂ ਨੂੰ, ਅੰਸ਼ ਅਤੇ ਹਰ ਦੋਵੇਂ ਰਕਮਾਂ ਦੇ ਦੋਵੇਂ ਕੀਮਤਾਂ ਨੂੰ 4 ਜੋੜ 1 ਜਿੰਨੀਆਂ ਸੰਖਿਆਵਾਂ ਮੰਗੀਆਂ ਗਈਆਂ ਹਨ ਉਸ ਤੋਂ 1 ਵਧਾ ਕੇ 5 ਦੇ ਨਾਲ ਗੁਣਾ ਕਰਾਂਗੇ। ਕਿਵੇਂ? 4/6 ਰਕਮ ਸੀ, ਦੋਹਾਂ ਨੂੰ 5 ਨਾਲ ਗੁਣਾ ਕੀਤਾ, ਅਤੇ ਦੂਸਰੀ ਰਕਮ ਸੀ 5/6, ਇਸ ਨੂੰ ਵੀ 5 ਨਾਲ ਗੁਣਾ ਕੀਤਾ। ਇਹ ਬਣ ਗਿਆ 4×5 20/6×5 30 ਅਤੇ 5×5 25/6×5 30। ਹੁਣ ਸਾਡੇ ਕੋਲ ਦੋ ਰਕਮਾਂ ਬਣ ਗਈਆਂ, ਦੋ ਪਰਿਮੇਯ ਸੰਖਿਆਵਾਂ ਬਣ ਗਈਆਂ ਜਿਨ੍ਹਾਂ ਦੇ ਹਰ ਸੇਮ ਹਨ, 30 ਹਨ, ਅਤੇ ਅੰਸ਼ ਦੇ ਵਿੱਚ ਰਕਮ ਬਣ ਗਈ 20 ਤੋਂ ਲੈ ਕੇ 25 ਤੱਕ। 20/30 ਤੋਂ ਅਗਲੀ ਰਕਮ 21/30, 22/30, 23/30, 24/30 ਅਤੇ 25/30। ਆਹ ਸਾਡੀ ਮੇਨ ਰਕਮ ਸੀ। ਇਸ ਦੇ ਵਿਚਕਾਰ ਅਸੀਂ ਇਹ 4 ਪਰਿਮੇਯ ਸੰਖਿਆਵਾਂ ਲੱਭ ਲਈਆਂ ਹਨ। ਇਹੀ ਸਾਡਾ ਕੁਐਸਚਨ ਸੀ ਕਿ 4 ਸੰਖਿਆਵਾਂ ਪਤਾ ਕਰੋ। ਔਰ ਆਹ ਰਕਮ ਕੀ ਸੀ? 2/3, ਜਦੋਂ ਅਸੀਂ ਇਸ ਨੂੰ ਕੈਂਸਲ ਕਰ ਦੇਵਾਂਗੇ। ਸਿਮਿਲਰਲੀ ਇੱਥੇ 5 ਦੇ ਪਹਾੜੇ 'ਤੇ ਕੱਟਿਆ ਜਾਏਗਾ। 5×5 25, 5×6 30। ਮੀਨਸ ਬੇਸਿਕ ਰਕਮ ਉਹੀ ਰਹੀ, ਅਤੇ ਉਸ ਰਕਮ ਦੇ ਵਿਚਕਾਰ, ਉਸ ਪਰਿਮੇਯ ਸੰਖਿਆ ਦੇ ਵਿਚਕਾਰ ਅਸੀਂ 4 ਹੋਰ ਨਵੀਆਂ ਸੰਖਿਆਵਾਂ ਪਤਾ ਕਰ ਲਈਆਂ ਹਨ। ਸਾਥੀਓ, ਇਸ ਤਰੀਕੇ ਨਾਲ ਅਸੀਂ ਇਹਨਾਂ 4 ਵਿਧੀਆਂ ਵਿੱਚੋਂ ਕੋਈ ਵੀ ਵਿਧੀ ਲਗਾ ਕੇ ਪਰਿਮੇਯ ਸੰਖਿਆਵਾਂ ਪਤਾ ਕਰ ਸਕਦੇ ਹਾਂ। ਹੁਣ ਅਗਲੀ ਗੱਲ ਹੈ ਸਾਡੇ ਕੋਲ ਪਰਿਮੇਯ ਸੰਖਿਆਵਾਂ ਦਾ ਦਸ਼ਮਲਵ ਨਿਰੂਪਣ, ਡੈਸੀਮਲ ਰਿਪਰੈਜ਼ੈਂਟੇਸ਼ਨ। ਆਓ ਦੇਖੀਏ। ਸਾਨੂੰ ਪਰਿਮੇਯ ਸੰਖਿਆਵਾਂ 3 ਇੱਥੇ ਦਿੱਤੀਆਂ ਗਈਆਂ ਹਨ, ਇਹਨਾਂ ਨੂੰ ਅਸੀਂ ਦਸ਼ਮਲਵ ਦੇ ਵਿੱਚ ਬਦਲਾਂਗੇ। ਇਸ ਦਾ ਫਾਇਦਾ ਕੀ ਹੁੰਦਾ ਹੈ ਕਿ ਅਸੀਂ ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਵਿੱਚ ਫਰਕ ਦਸ਼ਮਲਵ ਨਿਰੂਪਣ ਦੀ ਸਹਾਇਤਾ ਨਾਲ ਸਿੱਖ ਸਕਦੇ ਹਾਂ। ਕਿਸ ਤਰ੍ਹਾਂ? ਆਓ ਦੇਖੀਏ। ਅਸੀਂ ਸਭ ਤੋਂ ਪਹਿਲਾਂ ਇਹਨਾਂ ਤਿੰਨਾਂ ਸਵਾਲਾਂ ਨੂੰ ਦਸ਼ਮਲਵ ਰੂਪ ਵਿੱਚ ਪਰਿਵਰਤਿਤ ਕਰਾਂਗੇ, ਡਿਵਾਈਡ ਕਰਕੇ। ਪਹਿਲਾ ਹੈ 5/8। 8 ਅਸੀਂ ਬਾਹਰ ਰੱਖਿਆ, 5 ਨੂੰ ਰੱਖਾਂਗੇ ਅੰਦਰ, ਅਤੇ ਇਸ ਦਾ ਭਾਗ ਕੀਤਾ। ਇਹ ਡਿਵਾਈਡ ਨਹੀਂ ਹੋ ਰਿਹਾ ਤਾਂ ਅਸੀਂ ਲਿਖਾਂਗੇ 0 ਪਾ ਕੇ ਦਸ਼ਮਲਵ, ਔਰ ਇਹ ਬਣ ਗਿਆ 50। ਹੁਣ ਜਦੋਂ ਅਸੀਂ ਇਸ ਨੂੰ ਵੰਡਾਂਗੇ, 8×6 48 'ਤੇ ਜਾਏਗਾ, ਅਤੇ ਬਾਕੀ ਬਚਿਆ 2। 0 ਫਿਰ ਲਗਾ ਲਈ, 8×2 16, ਬਾਕੀ ਬਚਿਆ 4, ਫਿਰ 0 ਲਗਾ ਕੇ 8×5 40। ਇਸ ਤਰ੍ਹਾਂ ਸਾਡੇ ਕੋਲ 5/8 ਦਾ ਦਸ਼ਮਲਵ ਰੂਪ ਆ ਗਿਆ 0.625। ਸੈਕਿੰਡ ਹੈ 2/6। 6 ਬਾਰ 2 ਅੰਦਰਲੇ ਪਾਸੇ ਰੱਖ ਕੇ ਵੰਡਾਂਗੇ।
ਇਹ ਵੀ ਨਹੀਂ ਵੰਡਿਆ ਜਾ ਰਿਹਾ, ਦਸ਼ਮਲਵ ਲਗਾ ਕੇ 20 ਬਣਾ ਲਿਆ ਔਰ 6 ਦੇ ਪਹਾੜੇ 'ਤੇ 6 ਤੀਆ 18 ਮਾਈਨਸ ਕਰਕੇ ਆਇਆ 2, ਫਿਰ 0 ਆਪਦੇ ਵੱਲੋਂ, ਫਿਰ 6 ਤੀਏ 18, ਫਿਰ 2 ਲਗਾ ਕੇ 0, 6 ਤੀਏ 18 ਐਂਡ ਸੋ ਔਨ। ਹਰ ਵਾਰ ਦੇਖੋ 2 ਆ ਰਿਹਾ ਹੈ, ਇਸ ਦਾ ਮਤਲਬ ਜਿਹੜਾ ਡਿਜਿਟ 3 ਹੈ ਇਹ ਰਿਪੀਟ ਹੋ ਰਿਹਾ ਹੈ। ਅਸੀਂ ਲਿਖਾਂਗੇ 2/6 ਦਾ ਦਸ਼ਮਲਵ ਨਿਰੂਪਣ 0.3333 ਐਂਡ ਸੋ ਔਨ। ਇਹ ਖ਼ਤਮ ਨਹੀਂ ਹੋਇਆ, ਚੱਲਦਾ ਜਾ ਰਿਹਾ ਸੀ, ਇਸ ਲਈ ਇਹ ਅਸੀਂ 3 ਬਿੰਦੀਆਂ ਪਾਈਆਂ ਐਂਡ ਸੋ ਔਨ ਚੱਲਦਾ ਜਾ ਰਿਹਾ ਹੈ। ਜਾਂ ਫਿਰ ਜੇ ਅਸੀਂ ਇੱਕ ਵਾਰ 3 ਲਿਖ ਕੇ ਉੱਤੇ ਬਾਰ ਪਾ ਦਿੱਤਾ ਤਾਂ ਇਸ ਦਾ ਮਤਲਬ ਵੀ ਇਹੀ ਹੈ ਕਿ ਇਹ 0.3333 ਹੈ। ਨੈਕਸਟ ਹੈ 3/7। 3/7 ਦਾ ਵੀ ਇਸੇ ਤਰੀਕੇ ਨਾਲ ਅਸੀਂ ਕੀਤਾ, 7 ਬਾਰ 3 ਭਾਗਫਲ ਦੇ ਅੰਦਰ ਨਾ ਜਾਣ ਦੀ 0, ਦਸ਼ਮਲਵ ਲਗਾ ਕੇ 0 ਬਣਾਇਆ ਤਾਂ ਇਹ ਹੋ ਗਿਆ 4 ਦੇ ਪਹਾੜੇ 'ਤੇ 4 7 28, 2 ਬਚਿਆ, 0 ਲਗਾਇਆ ਤਾਂ 7 ਦੂਣੇ 14, ਬਾਕੀ ਬਚਿਆ 6, ਫਿਰ 0 ਲਗਾ ਕੇ 60 ਬਣ ਗਿਆ, 7 8 56, ਬਾਕੀ ਬਚਿਆ 4, 0 ਲਗਾ ਕੇ ਹੁਣ ਜਾਏਗਾ 7 ਦੇ ਪਹਾੜੇ 'ਤੇ 5 ਤੱਕ, 7 5 35, ਹੁਣ ਬਾਕੀ ਬਚਦਾ ਹੈ 5, 0 ਲਗਾਇਆ 7 7 49 ਬਣ ਗਿਆ ਜੀ 1 ਐਂਡ ਫਿਰ 0 ਲਗਾ ਕੇ 7 ਏਕਮ 7, ਹੁਣ ਮਿਲਿਆ 3 ਤੋਂ ਹੀ ਤਾਂ ਰਕਮ ਸ਼ੁਰੂ ਹੋਈ ਸੀ। ਚਲੋ ਭਾਗ ਕਰਕੇ ਦੇਖੀਏ, 0 7 ਚੌਕਾ 28, ਬਾਕੀ ਬਚਿਆ 2, ਫਿਰ ਆ 2 ਬਣ ਗਿਆ, ਮਤਲਬ ਇਹ ਦੁਹਰਾਉਣਾ ਸ਼ੁਰੂ ਹੋ ਗਿਆ, ਰਿਪੀਟ ਹੋ ਗਿਆ। 0 'ਤੇ ਫਿਰ ਗਿਆ 7 ਦੂਣੇ 14, ਬਾਕੀ ਬਚਿਆ 6, ਫਿਰ ਇਹੀ ਆ ਗਿਆ। ਇਸ ਦਾ ਮਤਲਬ 30 ਵਾਲੀ ਰਕਮ ਤੋਂ ਇੱਥੇ ਦੁਬਾਰਾ ਰਿਪੀਟ ਹੋਣੀ ਸ਼ੁਰੂ ਹੋ ਗਈ। ਜਾਂ ਫਿਰ ਆਨਸਰ 'ਚ ਦੇਖੀਏ ਤਾਂ 4 2 8 5 7 1 ਤੱਕ ਆਨਸਰ ਉਹੀ ਹੈ, ਫਿਰ 4 2 8 5 7 1 ਦੁਬਾਰਾ ਆਉਣਾ ਸ਼ੁਰੂ ਹੋ ਗਿਆ। ਇਸ ਦਾ ਮਤਲਬ ਸਾਡੀ ਰਕਮ 3/7 ਦਾ ਦਸ਼ਮਲਵ ਨਿਰੂਪਣ ਹੋਇਆ 0.428571, ਫਿਰ 4 2 ਲਿਖਣ ਦੀ ਬਜਾਏ ਅਸੀਂ ਬਾਰ ਪਾ ਦਿੱਤਾ, ਰਿਪੀਟ ਪਾ ਦਿੱਤਾ। ਹੁਣ ਅਸੀਂ ਆਪਦੇ ਸਿੱਟੇ ਤੱਕ ਪਹੁੰਚਦੇ ਜਾ ਰਹੇ ਹਾਂ। 3 ਰਕਮਾਂ ਸਨ ਜਿਨ੍ਹਾਂ ਦੇ ਵਿੱਚੋਂ ਪਹਿਲੀ ਰਕਮ ਦਾ ਭਾਗਫਲ ਪੂਰੀ ਤਰ੍ਹਾਂ ਵੰਡਿਆ ਗਿਆ, ਇਹ ਹੋ ਗਈ ਸ਼ਾਂਤ ਦਸ਼ਮਲਵ ਰੂਪ ਆ ਗਿਆ ਪਹਿਲੀ ਪਰਿਮੇਯ ਸੰਖਿਆ ਦਾ। ਦੂਸਰੀ ਅਤੇ ਤੀਸਰੀ ਸੰਖਿਆ ਦੇ ਵਿੱਚ ਦਸ਼ਮਲਵ ਰੂਪ ਤਾਂ ਆ ਗਿਆ, ਲੇਕਿਨ ਦੋਨਾਂ ਦੇ ਵਿੱਚ ਹੀ ਇਹ ਅਸ਼ਾਂਤ ਸੀ, ਅਸ਼ਾਂਤ, ਅਤੇ ਇਹ ਖਤਮ ਨਹੀਂ ਹੋ ਰਿਹਾ ਸੀ। ਇਹਨਾਂ ਦੋਨਾਂ ਵਿੱਚੋਂ ਪਹਿਲੇ ਵਿੱਚ ਇੱਕ ਹੀ ਡਿਜਿਟ ਰਿਪੀਟ ਹੋ ਰਹੀ ਸੀ, ਇੱਕ ਹੀ ਅੰਕ ਸੀ, ਉਹ ਵਾਰੀ-ਵਾਰੀ ਆ ਰਿਹਾ ਸੀ, ਅਤੇ ਦੂਸਰੇ ਕੇਸ ਦੇ ਵਿੱਚ ਕੁਝ ਰਕਮਾਂ ਲਿਖਣ ਤੋਂ ਬਾਅਦ ਫਿਰ ਦੁਹਰਾਓ ਸ਼ੁਰੂ ਹੋਇਆ, ਤਾਂ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਅਸ਼ਾਂਤ ਆਵਰਤੀ। ਆਵਰਤੀ ਮਤਲਬ ਵਾਰੀ-ਵਾਰੀ ਰਕਮ ਆ ਰਹੀ ਸੀ। ਤਾਂ ਅਸੀਂ ਲਿਖਾਂਗੇ ਪਰਿਮੇਯ ਸੰਖਿਆਵਾਂ ਨੂੰ ਜਦੋਂ ਦਸ਼ਮਲਵ ਰੂਪ ਵਿੱਚ ਵੰਡਦੇ ਹਾਂ ਤਾਂ 2 ਕੇਸਿਸ ਆਉਂਦੇ ਹਨ, ਸ਼ਾਂਤ ਔਰ ਅਸ਼ਾਂਤ ਆਵਰਤੀ। ਹੁਣ ਪਰਿਮੇਯ ਸੰਖਿਆਵਾਂ ਅਤੇ ਅਪਰਿਮੇਯ ਸੰਖਿਆਵਾਂ ਦੇ ਵਿੱਚ ਫਰਕ ਦੇਖਦੇ ਹਾਂ, ਕੀ ਅੰਤਰ ਹੈ ਦੋਨਾਂ ਦੇ ਵਿੱਚ। ਆਓ ਦੇਖੀਏ। ਇੱਥੇ ਸਾਡੇ ਕੋਲ 2 ਤਰ੍ਹਾਂ ਦੇ ਅੰਕ ਦਿੱਤੇ ਗਏ ਹਨ। ਪਹਿਲੀ ਕਿਸਮ ਹੈ ਜਿੱਥੇ ਕਿ ਦਸ਼ਮਲਵ ਰੂਪ ਬਣ ਗਿਆ ਹੈ, ਇਹ ਹੈ ਸ਼ਾਂਤ ਦਸ਼ਮਲਵ ਰੂਪ। ਇਹ ਅਸ਼ਾਂਤ ਆਵਰਤੀ, ਇਹ ਵੀ ਅਸ਼ਾਂਤ ਆਵਰਤੀ। ਹੁਣੇ ਅਸੀਂ ਇਹ ਤਿੰਨੇ ਸਵਾਲ ਕੱਢ ਕੇ ਦੇਖੇ ਸਨ। ਲੇਕਿਨ ਇੱਧਰਲੇ ਪਾਸੇ ਵਰਗਮੂਲ 2 ਦੀ ਕੀਮਤ ਦੇਖੋ, 1.4142135627 2373
309 ਤੇ ਅੱਗੇ ਵੀ ਚੱਲਦੀ ਜਾ ਰਹੀ ਹੈ। ਜੋ ਕੋਈ ਵੀ ਅੰਕ ਰਿਪੀਟ ਨਹੀਂ ਹੋ ਰਿਹਾ। ਰਿਪੀਟ ਭਾਵ ਮੰਨ ਲਓ ਇੱਥੇ 2 ਆਇਆ, 2 ਇੱਥੇ ਵੀ ਆਇਆ ਸੀ ਲੇਕਿਨ ਉਸ ਤੋਂ ਬਾਅਦ 1 ਨਹੀਂ ਆਇਆ। ਉਵੇਂ ਹੀ 3 ਤੋਂ ਬਾਅਦ 5, ਇੱਥੇ 3 ਤੋਂ ਬਾਅਦ 7 ਹੈ। ਤਾਂ ਇਹ ਅੰਕ ਦੁਹਰਾ ਨਹੀਂ ਰਹੇ, ਇਹਨਾਂ ਦੇ ਵਾਂਗੂ ਆਪਣੇ ਆਪ ਨੂੰ ਰਿਪੀਟ ਨਹੀਂ ਕਰ ਰਹੇ। ਇਸ ਲਈ ਇਹ ਅੰਕ ਹਨ ਅਣ ਆਵਰਤੀ। ਅਸ਼ਾਂਤ ਤਾਂ ਹੈ ਹੀ ਸਨ, ਅਸ਼ਾਂਤ, ਅਣ ਆਵਰਤੀ। ਇਹ 2 ਕਿਸਮਾਂ ਸਨ ਅਸ਼ਾਂਤ, ਇਹ ਮੁੱਕੀਆਂ ਨਹੀਂ, ਸ਼ਾਂਤ ਨਹੀਂ ਹੋਈਆਂ, ਅਸ਼ਾਂਤ ਲੇਕਿਨ ਆਵਰਤੀ। ਇਸੇ ਤਰੀਕੇ ਨਾਲ ਪਾਈ ਦੀ ਕੀਮਤ 3.14, 15, 9, 2, 6, 5, 3, 5, 8, 9, 7, 9, 3, 2 ਐਂਡ ਸੋ ਔਨ। ਇਹ ਕੀਮਤਾਂ ਅਸੀਂ ਭਾਗ ਕਰਕੇ ਪਤਾ ਕਰ ਸਕਦੇ ਹਾਂ। ਇਹ ਵੀ ਅਸ਼ਾਂਤ ਅਣ ਆਵਰਤੀ ਹੈ। ਮੀਨਸ ਹੁਣ ਅਸੀਂ ਨਵੀਆਂ ਸੰਖਿਆਵਾਂ ਲੱਭ ਲਈਆਂ ਹਨ ਜਿਨ੍ਹਾਂ ਨੂੰ ਅਸੀਂ ਅਪਰਿਮੇਯ ਸੰਖਿਆਵਾਂ ਕਹਿਣਾ ਹੈ। ਅਪਰਿਮੇਯ ਸੰਖਿਆਵਾਂ ਉਹ ਹੁੰਦੀਆਂ ਹਨ ਜਿਹੜੀਆਂ ਅਸ਼ਾਂਤ ਵੀ ਹੋਣ ਅਤੇ ਅਣ ਆਵਰਤੀ ਵੀ ਹੋਣ, ਦੁਹਰਾਉਂਦੀਆਂ ਨਾ ਹੋਣ। ਪਰਿਮੇਯ ਸੰਖਿਆਵਾਂ 2 ਤਰੀਕੇ ਨਾਲ ਦਸ਼ਮਲਵ ਰੂਪ ਦਿੰਦੀਆਂ ਹਨ। ਇਹ ਜਾਂ ਤਾਂ ਸ਼ਾਂਤ ਹੋ ਸਕਦਾ ਹੈ ਅਤੇ ਜਾਂ ਫਿਰ ਅਸ਼ਾਂਤ ਅਤੇ ਪਰ ਆਵਰਤੀ। ਆਵਰਤੀ ਕਰਕੇ ਇਹਨਾਂ ਦੋਵਾਂ ਦਾ ਫਰਕ ਬਣਦਾ ਹੈ ਪਰਿਮੇਯ ਅਤੇ ਅਪਰਿਮੇਯ ਦਾ। ਪਰਿਮੇਯ ਸੰਖਿਆਵਾਂ ਆਵਰਤੀ ਹੁੰਦੀਆਂ ਹਨ, ਰਿਪੀਟਿਡ ਹੁੰਦੀਆਂ ਹਨ। ਅਪਰਿਮੇਯ ਸੰਖਿਆਵਾਂ ਅਣ ਆਵਰਤੀ ਹੁੰਦੀਆਂ ਹਨ। ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਹੋਰ ਕਨਸੈਪਟਸ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ। ਜੇ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਸੰਪਰਕ ਕਰੋ। ਅੱਜ ਦੇ ਲਈ ਸਾਥੀਓ ਬਸ ਇੰਨਾ ਹੀ। ਅਗਲੇ ਵੀਡੀਓ ਵਿੱਚ ਅਸੀਂ ਪਰਿਮੇਯ ਸੰਖਿਆਵਾਂ ਨੂੰ ਸੰਖਿਆ ਰੇਖਾ ਦੇ ਉੱਤੇ ਬਣਾਉਣਾ ਸਿੱਖਾਂਗੇ। ਉਦੋਂ ਤੱਕ ਲਈ ਟੇਕ ਕੇਅਰ ਐਂਡ ਵਰਕ ਹਾਰਡ। ਬਾਏ ਬਾਏ।